हाँ जी, सत श्री अकाल सारिਆਂ ਨੂੰ। आई एम अमरजीत फ्रॉम अमर पीटीई क्लासेस। ਅੱਜ ਆਪਾਂ ਗੱਲ ਕਰਾਂਗੇ ਚੇਂਜ ਇਨ ਪੀਟੀਈ ਸਪੀਕਿੰਗ। ਹਾਂਜੀ, ਪੀਟੀ ਸਪੀਕਿੰਗ ਦੇ ਵਿੱਚ ਕੁਝ ਚੇਂजेस ਹੋਏ ਨੇ, ਮਤਲਬ ਇਹ ਰਿਊਮਰਸ ਨੇ ਜਾਂ ਰਿਐਲਿਟੀ ਹੈ, ਕਿਉਂਕਿ ਕਾਫੀ YouTube ਤੇ ਵੀਡੀਓਜ਼ ਆ ਰਹੀਆਂ ਨੇ ਕਿ ਪੀਟੀਈ ਮਤਲਬ ਸਪੀਕਿੰਗ ਦੇ ਵਿੱਚ ਤੁਹਾਡੇ ਕੁਝ ਮੋਡਿਊਲਸ ਚੇਂਜ ਹੋ ਗਏ ਨੇ। ਬਟ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੇ ਮੋਡਿਊਲਸ ਨੇ ਉਹਨਾਂ ਦੇ ਵਿੱਚ ਕੋਈ ਚੇਂजेस ਨਹੀਂ ਹੈਗਾ। ਆਪਣੇ ਕੋਲ ਪੀਟੀਈ ਸਪੀਕਿੰਗ ਦੇ ਵਿੱਚ 5 ਮੋਡਿਊਲਸ ਨੇ, ਜਿਵੇਂ ਫਸਟ ਨੰਬਰ ਤੇ ਰੀਡ ਅਲਾउड ਹੈ, ਸੈਕਿੰਡ ਨੰਬਰ ਤੇ ਰਿਪੀਟ ਸੈਂਟੈਂਸ ਹੋ ਗਿਆ, डिस्क्राइब इमेज है, फिर रीटल लैक्चर है, तो वन वर्ड सेंटेंस हैगा। तो इन्हां दे विच कोई चेंजेस नहीं हैगे। बट पीटीई ने 2 नवे क्वेश्चनस इंट्रोड्यूस करे ने, क्योंकि इन्हां क्वेश्चनस नूं मैं बाद च डिस्कस करदी हां कि किहड़े क्वेश्चनस ने। तो जस्ट जिहड़े ये दोनों क्वेश्चनस ने, अगर तुसी पीटी अकैडमिक दे विच अपीयर हो रहे हो या तुसी पीटीई जर्नल दे विच अपीयर हो रहे हो, तो दोनों दे विच ये तुहानूं ये दोनों क्वेश्चनस आउणगे। सो इन्हां क्वेश्चनस का कुछ स्पैसीफिक पैटर्न नहीं हैगा कि ये तुहानूं कदों आउणगे। मतलब तुहानूं रीड अलाउड तो बाद आउणगे या फिर डिस्क्राइब इमेज तो पहलां आउणगे या तुहानूं लास्ट विच आउणगे। सो इसका कोई स्पैसीफिक पैटर्न नहीं हैगा। तुहानूं स्पीकिंग दे विच, विद इन स्पीकिंग, राइटिंग दे विच या लिसनिंग कह लो तुसी, या तुहाडी रीडिंग होगी ਉਹਦੇ ਵਿੱਚ नहीं आउणगे। ये सिर्फ तुहानूं स्पीकिंग दे विच आउणगे, क्योंकि ये दोनों क्वेश्चन स्पीकिंग दे ही ने, स्पीकिंग दे विच ही इंट्रोड्यूस होए ने। चाहे तुसी पीटी अकैडमिक दे रहे हो, चाहे तुसी पीटीई जर्नल दे विच अपीयर हो रहे हो, बट दोनों दे विच ही तुहानूं ये क्वेश्चनस आउणगे। ये क्वेश्चनस की ने मैं तुहाडे नाल हुणे डिस्कस कर रही हूँ। क्योंकि ਆਪਾਂ ਕੀ ਕਰਦੇ ਸੀ ਕਿ ਜਦੋਂ ਹੁਣ ਜੋ ਆਪਾਂ ਹੁਣ ਦੀ ਸਿਨੈਰੀਓ ਦੀ ਗੱਲ ਕਰੀਏ ਤੇ ਆਪਾਂ ਦੋ ਤਰ੍ਹਾਂ ਦੇ ਟੈਸਟ ਹੀ ਦਿੰਦੇ ਨੇ, ਮਤਲਬ ਪੀਟੀ ਅਕੈਡਮਿਕ ਜਾਂ ਪੀਟੀਈ ਜਰਨਲ। ਪੀਟੀ ਅਕੈਡਮਿਕ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਅਗਰ ਆਸਟ੍ਰੇਲੀਆ ਨਿਊਜ਼ੀਲੈਂਡ ਵਾਸਤੇ ਜਾਣਾ ਹੈ ਤਾਂ ਤੁਸੀਂ ਪੀਆਰ ਵਾਸਤੇ ਵੀ ਅਪਲਾਈ ਕਰ ਸਕਦੇ ਹੋ। ਬਟ ਜਿਵੇਂ ਆਪਾਂ ਕੈਨੇਡਾ ਦੀ ਗੱਲ ਸੁਣੀਏ, ਕਿਉਂਕਿ ਕੈਨੇਡਾ ਦੇ ਵਿੱਚ ਹੁਣ ਐਵੇਂ ਹੋਇਆ ਕਿ ਤੁਸੀਂ ਕੁਝ ਯੂਨੀਵਰਸਿਟੀ ਜਾਂ ਕੁਝ ਕਾਲਜਸ ਨੇ ਜਿਹੜੇ ਪੀਟੀਈ ਦੇ ਥਰੂ ਵੀ ਤੁਹਾਨੂੰ ਮਤਲਬ ਐਡਮਿਸ਼ਨਸ ਦੇ ਰਹੇ ਨੇ। ਤੁਸੀਂ ਈਜ਼ੀਲੀ ਉੱਥੇ ਐਡਮਿਸ਼ਨ ਲੈ ਸਕਦੇ ਹੋ, ਕਿਉਂਕਿ ਉਹਨਾਂ ਦੇ ਜਿਹੜੀ ਸਕੋਰਸ ਦੀ ਰਿਕੁਆਇਰਮੈਂਟ ਹੁੰਦੀ ਹੈ ਉਹ 60 ओवरऑल थानू स्कोर चाहिए है। बट जिहड़ा पीटीई कोर टेस्ट है कमिंग, मतलब जिहड़ा आपां कह लईए कि कमिंग ईयर अपना आ रहा 2024, तो ਉਹਦੇ ਵਿੱਚ ਇਹ इंट्रोड्यूस हो सकता है। तो जिहड़ा पीटीई कोर टेस्ट होएगा वो कैनेडा इमीग्रेशन वास्ते या माइग्रेशन वास्ते भी होएगा। मीनस तुसी कैनेडा दी पीआर भी पीटीई करके ਲੈ ਸਕਦੇ ਹੋ। ਸੋ ਜਿਹੜੇ ਇਹ ਕੁਐਸਚਨਸ ਇੰਟਰੋਡਿਊਸ ਕਰਨ ਦਾ ਮੋਟਿਵ ਹੈਗਾ ਉਹ ਜਸਟ ਇਹ ਹੈਗਾ ਕਿ ਇਹ ਜਿਹੜੇ ਕੁਐਸਚਨਸ ਨੇ ਇਹ ਹੋ ਸਕਦੇ ਨੇ ਪੀਟੀਈ ਕੋਰ ਟੈਸਟ ਵਾਸਤੇ, ਕਿਉਂਕਿ ਪੈਟਰਨ ਚੇਂਜ ਹੋ ਸਕਦਾ ਹੈ ਜੇ ਤੁਸੀਂ ਪੀਟੀਈ ਕੋਰ ਟੈਸਟ ਵਾਸਤੇ ਅਪੀਅਰ ਹੋਣਾ ਹੈ। ਮਾਈਟ ਵੀ ਇਹ ਕੁਐਸਚਨਸ ਅਕੈਡਮਿਕ ਦੇ ਵਿੱਚ ਵੀ ਇੰਟਰੋਡਿਊਸ ਹੋ ਜਾਣ ਜਾਂ ਫਿਰ ਜਰਨਲ ਦੇ ਵਿੱਚ ਵੀ ਇੰਟਰੋਡਿਊਸ ਹੋ ਜਾਣ। ਬਟ ਜਿਹੜਾ ਹੁਣ ਆਪਾਂ ਟੈਸਟ ਦੇ ਵਿੱਚ ਅਪੀਅਰ ਹੋ ਰਹੇ ਹਾਂ ਤੇ ਉਹਦੇ ਵਿੱਚ ਇਹਨਾਂ ਕੁਐਸਚਨਸ ਦੀ ਕੋਈ ਇਵੈਲੂਏਸ਼ਨ ਨਹੀਂ ਹੈਗੀ। ਜੇ ਤੁਸੀਂ ਇਹਨਾਂ ਕੁਐਸਚਨਸ ਨੂੰ ਅਟੈਂਪਟ ਕਰਦੇ ਹੋ ਤਾਂ ਵੀ ਬਹੁਤ ਵਧੀਆ ਹੈਗਾ, ਜੇ ਤੁਸੀਂ ਨਹੀਂ ਅਟੈਂਪਟ ਕਰਦੇ ਉਹਦਾ ਵੀ ਕੋਈ ਇਸ਼ੂ ਨਹੀਂ ਹੈਗਾ। ਬਟ ਤੁਹਾਨੂੰ ਇਹ ਕੁਐਸਚਨਸ ਆਉਣਗੇ, ਇਸ ਕਰਕੇ ਮੇਰਾ ਜਿਹੜਾ ਵੀਡੀਓ ਬਣਾਉਣ ਦਾ ਮੋਟਿਵ ਹੈ ਉਹ ਮੈਂ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ। ਸੋ ਜਿਹੜਾ ਪਹਿਲਾ ਕੁਐਸਚਨ ਰਹੇਗਾ ਉਹ ਰਹੇਗਾ ਸਮਰਾਈਜ਼ ਅ ਡਿਸਕਸ਼ਨ, ਤੇ ਜਿਹੜਾ ਦੂਜਾ ਕੁਐਸਚਨ ਰਹੇਗਾ ਰਿਸਪੋਂਡਿੰਗ ਟੂ ਅ ਸਿਚੁਏਸ਼ਨ। ਸੋ ਮੈਂ ਤੁਹਾਨੂੰ ਦੱਸ ਦਵਾਂ ਕਿ ਜਦੋਂ ਵੀ ਆਪਾਂ ਸਪੀਕਿੰਗ ਸਟਾਰਟ ਕਰਦੇ ਹਾਂ ਤਾਂ ਉਸ ਸਭ ਤੋਂ ਪਹਿਲੇ ਜਿਹੜਾ ਕੁਐਸਚਨ ਆਉਂਦਾ ਹੈ, ਚਾਹੇ ਤੁਸੀਂ ਮੌਕ ਟੈਸਟ ਦਿੰਦੇ ਹੋ ਜਾਂ ਤੁਸੀਂ ਫਾਈਨਲ ਦੇ ਵਿੱਚ ਪੀਟੀ ਦਾ ਟੈਸਟ ਦੇ ਰਹੇ ਹੋ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇੰਟਰੋਡਕਸ਼ਨ ਆਉਂਦਾ ਹੈ, ਇੰਟਰੋਡਿਊਸ ਯੋਰਸੈਲਫ। ਸੋ ਐਵੇਂ ਹੀ ਇਹ ਦੋ ਕੁਐਸਚਨਸ ਨੇ। ਮਤਲਬ ਇੰਟਰੋਡਕਸ਼ਨ ਕੀ ਹੁੰਦਾ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਇੰਟਰੋਡਕਸ਼ਨ ਦੇਣਾ ਹੈਗਾ ਜਾਂ ਨਹੀਂ ਦੇਣਾ ਹੈਗਾ, ਉਹ ਤੁਹਾਡੀ ਮਰਜ਼ੀ ਹੁੰਦੀ ਹੈ। ਸੋ ਤੁਸੀਂ ਉਹਨੂੰ ਸਕਿਪ ਕਰ ਸਕਦੇ ਹੋ। ਸੇਮ ਜਿਹੜੇ ਦੋਨੋਂ ਕੁਐਸਚਨਸ ਨੇ ਇਹਨਾਂ ਨੂੰ ਵੀ ਤੁਸੀਂ ਸਕਿਪ ਕਰ ਸਕਦੇ ਹੋ। ਇਹਨਾਂ ਕੁਐਸਚਨ ਦਾ ਸਿਰਫ ਤੁਸੀਂ ਇੰਨਾ ਧਿਆਨ ਰੱਖਣਾ ਹੈ ਕਿ ਕਿਉਂਕਿ ਇਹਨਾਂ ਦਾ ਕੋਈ ਸਪੈਸੀਫਿਕ ਪੈਟਰਨ ਨਹੀਂ ਹੈਗਾ। ਸੋ ਤੁਸੀਂ ਇਹ ਨਹੀਂ ਕਰਨਾ ਕਿ ਤੁਸੀਂ ਕਿਸੇ ਹੋਰ ਕੁਐਸਚਨ ਨੂੰ ਸਕਿਪ ਕਰ ਦਿਓ। ਸੋ ਪਹਿਲਾਂ ਤੁਸੀਂ ਕੁਐਸਚਨ ਦੇ ਉੱਪਰ ਪੜ੍ਹਨਾ ਹੈ ਕਿ ਕੀ ਲਿਖਿਆ ਹੋਇਆ ਹੈ, ਉਸ ਤੋਂ ਬਾਅਦ ਹੀ ਉਸਨੂੰ ਸਕਿਪ ਕਰਨਾ ਹੈ। ਸੋ ਮੈਂ ਤੁਹਾਨੂੰ ਜਨਰਲ ਜੀ ਇੰਟਰੋਡਕਸ਼ਨ ਦੇ ਰਹੀ ਹਾਂ ਕਿ ਸਮਰਾਈਜ਼ ਅ ਡਿਸਕਸ਼ਨ ਕੀ ਹੋਏਗਾ ਤੇ ਰਿਸਪੋਂਡਿੰਗ ਟੂ ਅ ਸਿਚੁਏਸ਼ਨ ਕੀ ਹੋਏਗਾ। ਸੋ ਮੈਂ ਇੱਕ ਪੈਟਰਨ ਬਣਾਇਆ ਇਹਨਾਂ ਦਾ। ਜਿਵੇਂ ਸਮਰਾਈਜ਼ ਅ ਡਿਸਕਸ਼ਨ ਹੈ ਤੇ ਸਮਰਾਈਜ਼ ਅ ਡਿਸਕਸ਼ਨ ਦੇ ਵਿੱਚ ਤੁਹਾਨੂੰ ਇੱਕ ਆਡੀਓ ਸੁਣਾਈ ਦੇਗੀ, ਤੇ ਇਹ ਆਡੀਓ ਜਿਹੜੀ ਹੋਏਗੀ ਉਹ ਬਿਟਵੀਨ 2 or 3 people ਹੋਏਗੀ। ਮੀਨਸ ਯੂ ਵਿਲ ਹੀਅਰ ਆਡੀਓ ਆਫ ਡਿਸਕਸ਼ਨ ਬਿਟਵੀਨ 2 or 3 people। The discussion will be of long duration and you will get 10 seconds for preparation after discussion।
and you will get 2 minutes to record your response mean is similar ਹੈਗਾ ਤੁਸੀਂ ਕਹਿ ਸਕਦੇ ਹੋ ਰੀਟੇਲ ਲੈਕਚਰ ਵਾਂਗ ਬਟ ਰੀਟੇਲ ਲੈਕਚਰ ਵਿੱਚ ਜਿਹੜੀ ਉਹ ਆਡੀਓ ਹੁੰਦੀ ਹੈ ਉਹ ਸਿਰਫ ਇੱਕ ਹੀ ਸਪੀਕਰ ਦੀ ਹੁੰਦੀ ਹੈ ਬਟ ਜਿਹੜੀ ਤੁਸੀਂ ਡਿਸਕਸ਼ਨ ਸੁਣੋਗੇ ਉਹ 2 ਜਾਂ 3 ਲੋਕਾਂ ਦੇ ਵਿੱਚ ਹੋਏਗੀ ਤੇ ਡਿਸਕਸ਼ਨ ਦੀ ਜਿਹੜੀ ਡਿਊਰੇਸ਼ਨ ਹੁੰਦੀ ਹੈ ਉਹ ਬਹੁਤ ਲੰਬੀ ਹੁੰਦੀ ਹੈ ਮਤਲਬ ਤੁਹਾਨੂੰ ਜਿਹੜੀ ਆਡੀਓ ਹੈਗੀ ਆ 2 ਜਾਂ 3 ਮਿੰਟ ਦੀ ਵੀ ਹੋ ਸਕਦੀ ਹੈ ਸੋ ਉਸ ਤੋਂ ਬਾਅਦ ਤੁਹਾਨੂੰ 10 ਸੈਕਿੰਡਸ ਮਿਲਣਗੇ ਤੇ ਜਿਹੜਾ ਤੁਹਾਡਾ ਰਿਸਪੌਂਸ ਹੈਗਾ ਤੁਸੀਂ ਆਪਣਾ ਰਿਸਪੌਂਸ ਨੂੰ ਰਿਕਾਰਡ ਕਰਨਾ ਹੈਗਾ ਉਹ ਤੁਸੀਂ 2 ਮਿੰਟ ਦੇ ਵਿੱਚ ਤੁਸੀਂ ਰਿਕਾਰਡ ਕਰਵਾ ਸਕਦੇ ਹੋ ਬਟ ਅਗਰ ਤੁਸੀਂ ਇਸ ਕੁਐਸਚਨ ਨੂੰ ਅਟੈਂਪਟ ਕਰਨਾ ਹੈ ਤਾਂ ਤੁਸੀਂ ਰੀਟੇਲ ਲੈਕਚਰ ਵਾਲਾ ਟੈਂਪਲੇਟ ਫੋਲੋ ਕਰ ਸਕਦੇ ਹੋ ਟਾਈਮ ਬੀਇੰਗ ਬਟ ਅਗਰ ਤੁਸੀਂ ਇਸ ਕੁਐਸਚਨ ਨੂੰ ਅਟੈਂਪਟ ਨਹੀਂ ਕਰ ਰਹੇ ਹੋ ਤਾਂ ਉਸ ਚੀਜ਼ ਦਾ ਵੀ ਕੋਈ ਨੁਕਸਾਨ ਨਹੀਂ ਹੈਗਾ ਬਟ ਤੁਹਾਡੀ ਸਕਰੀਨ ਤੇ ਐਵੇਂ ਲਿਖਿਆ ਆਏਗਾ ਸੋ ਤੁਸੀਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਹੈ ਯੂ ਵਿਲ ਹੀਅਰ ਅ ਆਡੀਓ ਆਫ ਡਿਸਕਸ਼ਨ ਬਿਟਵੀਨ 2 or 3 people ਮੀਨਸ ਐਵੇਂ ਲਿਖਿਆ ਹੋਏਗਾ ਕਿਉਂਕਿ ਜਦੋਂ ਤੁਸੀਂ ਰੀਟੇਲ ਲੈਕਚਰ ਕਰਦੇ ਹੋ ਤਾਂ ਉੱਥੇ ਰੀਟੇਲ ਲਿਖਿਆ ਹੁੰਦਾ ਹੈ ਕਿ ਤੁਸੀਂ ਰੀਟੇਲ ਨੂੰ ਮਤਲਬ ਡਿਸਕਸ਼ਨ ਦੀ ਜਗ੍ਹਾ ਤੇ ਜਿਹੜਾ ਵਰਡ ਯੂਜ਼ ਹੁੰਦਾ ਹੈ ਉਹ ਰੀਟੇਲ ਯੂਜ਼ ਹੁੰਦਾ ਹੈ ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਜਿੱਥੇ ਡਿਸਕਸ਼ਨ ਵਰਡ ਹੋ ਗਿਆ ਉੱਥੇ ਤੁਸੀਂ ਉਸ ਚੀਜ਼ ਨੂੰ ਸਕਿਪ ਕਰ ਸਕਦੇ ਹੋ ਸੋ ਇਹ ਸੀਗਾ ਸਮਰਾਈਜ਼ ਅ ਡਿਸਕਸ਼ਨ ਤੇ ਉਸ ਤੋਂ ਬਾਅਦ ਹੈਗਾ ਰਿਸਪੌਂਡਿੰਗ ਟੂ ਅ ਸਿਚੁਏਸ਼ਨ ਸੋ ਰਿਸਪੌਂਡਿੰਗ ਟੂ ਸਿਚੁਏਸ਼ਨ ਕੀ ਹੈ ਕਿ ਇਹਦੇ ਵਿੱਚ ਤੁਹਾਨੂੰ ਆਡੀਓ ਵੀ ਸੁਣਾਈ ਦੇਗੀ ਪਲੱਸ ਤੁਹਾਡੀ ਸਕਰੀਨ ਤੇ ਟੈਕਸਟ ਵੀ ਲਿਖਿਆ ਹੋਏਗਾ ਸੋ ਮੈਂ ਇੱਕ ਐਗਜ਼ਾਮਪਲ ਵੀ ਲਈ ਹੈ ਤੇ ਤੁਹਾਡੀ ਕੁਐਸਚਨ ਜਿਹੜਾ ਹੋਏਗਾ ਮਤਲਬ ਅਬਵ ਜਿਹੜਾ ਤੁਹਾਡਾ ਸਕਰੀਨ ਹੈਗਾ ਉਹਦੇ ਉੱਪਰ ਇਹ ਲਿਖਿਆ ਹੋਏਗਾ ਯੂ ਵਿਲ ਹੀਅਰ ਅ ਆਡੀਓ ਐਂਡ ਸੀ ਅ ਸੇਮ ਟੈਕਸਟ ਔਨ ਯੂਰ ਸਕਰੀਨ you have to respond the situation in your words and you will get 10 seconds to prepare and 40 seconds to record your response ਤੁਹਾਨੂੰ mostly speaking ਦੇ ਵਿੱਚ 40 seconds ਹੀ ਮਿਲਦੇ ਨੇ ਜਦੋਂ ਤੁਸੀਂ ਆਪਣੇ ਰਿਸਪੌਂਸ ਨੂੰ ਰਿਕਾਰਡ ਕਰਨਾ ਹੁੰਦਾ ਹੈ ਤੇ ਸੇਮ ਤੁਹਾਡੀ ਸਿਚੁਏਸ਼ਨ ਦੇ ਵਿੱਚ ਵੀ ਐਵੇਂ ਹੀ ਹੋਏਗਾ ਫॉर ਐਗਜ਼ਾਮਪਲ ਜਿਹੜੀ ਤੁਹਾਡੇ ਕੋਲ ਸਿਚੁਏਸ਼ਨ ਗਿਵਨ ਹੈਗੀ ਹੈ ਉਹ ਇਹ ਹੈਗੀ ਹੈ your class started 10 a.m. but you got late due to traffic jam on the way and you have to explain your teacher why you are late for the class ਸੋ ਤੁਸੀਂ ਇਹ ਜਦੋਂ ਪੜੋਗੇ ਸੇਮ ਤੁਸੀਂ ਸੁਣੋਗੇ ਵੀ ਸੋ ਤੁਸੀਂ ਇਸ ਸਿਚੁਏਸ਼ਨ ਨੂੰ ਵੀ ਮਤਲਬ ਡਿਸਕ੍ਰਾਈਬ ਕਰਨਾ ਹੈ ਕਿ ਤੁਸੀਂ ਇਸ ਸਿਚੁਏਸ਼ਨ ਦੇ ਵਿੱਚ ਕੀ ਕਰੋਗੇ ਸੋ ਮੇਰਾ ਮੋਟਿਵ ਇਹ ਸੀਗਾ ਤੁਹਾਨੂੰ ਦੱਸਣ ਦਾ ਕਿ ਜਿਹੜਾ ਇਹ ਤੁਹਾਡੇ ਕੋਲ 2 ਕੁਐਸਚਨਸ ਇੰਟਰੋਡਿਊਸ ਹੋਏ ਨੇ ਇਹ ਜਸਟ ਇੱਕ ਯੂਜ਼ਰਸ ਦਾ ਰਿਸਪੌਂਸ ਨੂੰ ਰਿਕਾਰਡ ਕਰਨ ਵਾਸਤੇ ਹੋਏ ਨੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਨਵਾਂ ਟੈਸਟ ਹੈਗਾ ਉਹ ਇੰਟਰੋਡਿਊਸ ਹੋ ਸਕਦਾ ਹੈ PTE ਕੋਰ ਟੈਸਟ ਸੋ ਇੱਥੇ AI ਨੇ ਜਿਹੜਾ ਟੈਸਟ ਹੈਗਾ ਜਿਹੜਾ ਪੈਟਰਨ ਹੈਗਾ ਉਹ ਡਿਜ਼ਾਈਨ ਕਰਨਾ ਹੈ ਸੋ ਡਿਜ਼ਾਈਨ ਤਾਂ ਹੀ ਹੋਏਗਾ ਅਗਰ ਉਹਦੇ ਕੋਲ ਯੂਜ਼ਰਸ ਦਾ ਡਾਟਾ ਹੋਏਗਾ ਸੋ ਯੂਜ਼ਰ ਇਹਨਾਂ ਕੁਐਸਚਨਸ ਨੂੰ ਕਿਵੇਂ ਰਿਸਪੌਂਡ ਕਰਦੇ ਨੇ ਤਾਂ ਜਸਟ ਉਸ ਬੇਸ ਵਾਸਤੇ ਇਹ 2 ਨਵੇਂ ਕੁਐਸਚਨਸ ਇੰਟਰੋਡਿਊਸ ਹੋਏ ਨੇ ਸੋ ਜਿਹੜੇ ਇਹ 2 ਨਵੇਂ ਕੁਐਸਚਨ ਇੰਟਰੋਡਿਊਸ ਹੋਏ ਨੇ ਉਹ 11th of December ਮਤਲਬ ਅੱਜ ਤੋਂ ਸਟਾਰਟ ਹੋਏ ਨੇ ਤਾਂ ਟਿਲ ਐਂਡ ਆਫ ਜਨਵਰੀ ਤੱਕ ਉਹ ਰਹਿਣਗੇ ਮਤਲਬ 31st of January ਤੱਕ ਉਹ ਕੁਐਸਚਨਸ ਰਹਿਣਗੇ ਸੋ ਇਨ ਬਿਟਵੀਨ ਜਦੋਂ ਵੀ ਤੁਸੀਂ ਐਗਜ਼ਾਮ ਫਿਲ ਕਰਦੇ ਹੋ ਤਾਂ ਤੁਸੀਂ ਉਸ ਦੇ ਅਕੋਰਡਿੰਗ ਪ੍ਰਿਪੇਅਰ ਹੋ ਕੇ ਜਾਣਾ ਹੈ ਇਹਨਾਂ ਦਾ ਮਤਲਬ ਐਵੈਲੂਏਸ਼ਨ ਦਾ ਕੋਈ ਕ੍ਰਾਈਟੇਰੀਆ ਨਹੀਂ ਹੈਗਾ ਤੁਸੀਂ ਅਟੈਂਪਟ ਕਰਤਾ ਵਧੀਆ ਹੈਗਾ ਨਹੀਂ ਕੀਤਾ ਤਾਂ ਵੀ ਵਧੀਆ ਕਿਉਂਕਿ ਜੇ ਤੁਸੀਂ ਅਟੈਂਪਟ ਕਰੋਗੇ ਇਨ ਬਿਟਵੀਨ ਜੇ ਤੁਸੀਂ ਕੋਈ ਮਿਸਟੇਕ ਕਰਤੀ ਤਾਂ ਤੁਸੀਂ ਅਗਲੇ ਕੁਐਸਚਨਸ ਵਾਸਤੇ ਵੀ ਨਰਵਸ ਹੋ ਸਕਦੇ ਹੋ ਕਿਉਂਕਿ ਇਹਨਾਂ ਦਾ ਕੋਈ ਪੈਟਰਨ ਤਾਂ ਹੈ ਨਹੀਂ ਕਿ ਕਿਸ ਨੰਬਰ ਤੇ ਆਉਣੇ ਆ ਸੋ ਜਸਟ ਇਹਨਾਂ ਕੁਐਸਚਨਸ ਦਾ ਮੋਟਿਵ ਇਹ ਹੈਗਾ ਕਿ AI ਨੇ PTE ਕੋਰ ਟੈਸਟ ਡਿਜ਼ਾਈਨ ਕਰਨ ਵਾਸਤੇ ਆਪਣਾ ਕੁਝ ਡਾਟਾ ਕਲੈਕਟ ਕਰਨਾ ਹੈ ਸੋ ਇਸ ਤੋਂ ਬਾਅਦ ਵੀ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੁਝ ਕੁਐਰੀਜ਼ ਨੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਮੈਨੂੰ ਮੇਲ ਕਰ ਸਕਦੇ ਹੋ amarpteclasses@gmail.com ਤੇ ਤੁਸੀਂ ਜੇ ਆਨਲਾਈਨ ਜਾਂ ਆਫਲਾਈਨ ਕਲਾਸਿਸ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਗਿਵਨ ਹੈਗਾ ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ ਐਂਡ ਡੋਂਟ ਫॉरगेट ਟੂ ਲਾਈਕ ਐਂਡ ਸ਼ੇਅਰ ਥੀਸ ਵੀਡੀਓਜ਼